ਸਾਡੇ ਜਿਹੜੇ ਭਾਈ ਪੜ੍ਹੇ ਲਿਖੇ ਨਹੀਂ ਹੁੰਦੇ ਜਾਂ ਹਾਲਾਤ ਜ਼ਰਾ ਮੁਸ਼ਕਿਲ ਹੁੰਦੇ ਨੇ ਜਾਂ ਬੱਚੇ ਮੁਸ਼ਕਿਲ ਨਾਲ ਪਾ ਰਹੇ ਹੁੰਦੇ ਨੇ, ਉਹ ਕਹਿੰਦੇ ਨੇ ਜੀ ਬੱਚੇ ਨੂੰ ਪੜ੍ਹਾਉਣ ਤੋਂ ਚੰਗਾ ਕੰਮ ਵਿੱਚ ਪਾ ਦਿਓ। ਅੱਛਾ, ਕੰਮ ਵਿੱਚ ਪਾਵਾਂਗੇ ਤੇ ਫਾਇਦਾ ਹੈ ਵੀ ਕੁਝ ਕਮਾ ਕੇ ਲੈ ਆਏਗਾ, ਲੇਕਿਨ ਇਹ ਜ਼ਿਹਨ 'ਚ ਰੱਖ ਲੈਣਾ ਕਿ ਜਦੋਂ ਬੱਚਾ ਕਮਾਉਣ ਵਿੱਚ ਪੈ ਜਾਂਦਾ ਹੈ ਜਾਂ ਫਿਰ ਉਹ ਪੜ੍ਹਾਈ ਵੱਲ ਨਹੀਂ ਜਾਂਦਾ ਤੇ ਉਹ ਸਾਰੀ ਜ਼ਿੰਦਗੀ ਮਜ਼ਦੂਰ ਤੇ ਰਹਿੰਦਾ, ਉਹ ਕਾਮਯਾਬ ਨਹੀਂ ਹੁੰਦਾ। ਇਹ ਬੜਾ ਇੱਕ ਮਸਲਾ ਹੈ। ਔਰ ਉਹ ਕਾਮਯਾਬ ਨਾ ਹੋਣ ਦੀ ਖਾਤਰ ਹੁੰਦਾ ਕਿ ਇਹ ਇੱਕ ਨਸਲ ਗਰੀਬ, ਦੂਸਰੀ ਨਸਲ, ਤੀਸਰੀ ਨਸਲ, ਕਈ ਨਸਲਾਂ ਜਿਹੜੀਆਂ ਨੇ ਉਹ ਮੁਤਾਸਰ ਹੋ ਜਾਂਦੀਆਂ ਨੇ। ਯਾਦ ਰੱਖਣਾ ਕਿ ਇੱਕ ਨਸਲ ਨੂੰ ਕੁਰਬਾਨੀ ਦੇਣੀ ਪੈਂਦੀ ਹੈ। ਜਿਹੜਾ ਮੇਰਾ ਅੱਜ ਦਾ ਤੁਹਾਡੇ ਨਾਲ ਗੱਲਬਾਤ ਹੈਗੀ ਉਹ ਇਹ ਵੇ ਕਿ ਇੱਕ ਨਸਲ ਨੂੰ ਕੁਰਬਾਨੀ ਦੇਣੀ ਪੈਂਦੀ ਹੈ। ਜੇ ਇੱਕ ਨਸਲ ਕੁਰਬਾਨੀ ਦੇ ਦੇਵੇ, ਇਹ ਪੱਕੀ ਗੱਲ ਹੈ, ਦੁਨੀਆ ਦੇ ਵਿੱਚ ਇਹ ਰਿਸਰਚ ਹੋਈ ਹੈ ਕਿ ਜਿਹੜਾ ਬੱਚਾ ਝੁੱਗੀ ਵਿੱਚ ਪੈਦਾ ਹੁੰਦਾ ਹੈ ਜਾਂ ਕਿਸੇ ਆਮ ਦੇ ਘਰ ਦੇ ਵਿੱਚ ਪੈਦਾ ਹੁੰਦਾ, ਉਹ ਦੋਨਾਂ ਦੇ ਨਾਲ ਇੱਕੋ ਹੀ ਮਸਲਾ ਹੁੰਦਾ। ਉਹਨਾਂ ਦੇ ਵਾਲਿदैन ਚਾਹੁੰਦੇ ਨੇ ਕਿ ਸਾਡਾ ਬੱਚਾ ਅਰਸ਼ਾਂ ਤੇ ਜਾਏ, ਬਾਦਸ਼ਾਹ ਬਣੇ। ਇੰਝ ਹੀ ਹੈਗਾ, ਭਾਵੇਂ ਜਿਵੇਂ ਜੇ ਬੁਰੇ ਹਾਲਾਤ ਹੋਣ, ਬੰਦੇ ਦਾ ਦਿਲ ਕਰਦਾ ਹੈ ਕਿ ਬੰਦੇ ਦੇ ਬੱਚੇ ਕਾਮਯਾਬ ਹੋਣ। ਇਹ ਮੈਂ ਗਲਤ ਨਹੀਂ ਕਹਿ ਰਿਹਾ, ਮੇਰੀ ਭੈਣ ਭਾਈ ਜੀ ਸਹੀ ਕਹਿ ਰਹੇ ਆ, ਇਹੀ ਗੱਲ ਹੈਗੀ। ਹਰ ਬੰਦਾ ਤਗੋ ਤੋਂ ਕਰ ਰਿਹਾ ਹੈ। ਤੁਸੀਂ ਆਪਣਾ ਕੰਮ ਛੱਡ ਕੇ ਆਏ ਹੋਗੇ, ਤੁਸੀਂ ਕੋਈ ਮਿਹਨਤ ਮਜ਼ਦੂਰੀ ਕਰਦੇ ਹੋਵੋਗੇ, ਤੁਸੀਂ ਕਿਸੇ ਦੇ ਘਰ ਕੰਮ ਕਰਦੇ ਹੋਵੋਗੇ, ਲੇਕਿਨ ਬੁਨਿਆਦੀ ਤੌਰ ਤੇ ਤੁਸੀਂ ਸਾਰਾ ਕੁਝ ਇਸ ਵਾਸਤੇ ਕਰ ਰਹੇ ਹੋ ਕਿ ਤੁਹਾਡੇ ਬੱਚਿਆਂ ਨੂੰ ਕੋਈ ਆਸਾਨੀ ਮਿਲ ਜਾਏ। ਤੁਹਾਡੇ 'ਚੋਂ ਹਰ ਕੋਈ ਚਾਹੇਗਾ ਕਿ ਜਿਹੜੇ ਸਾਨੂੰ ਹਾਲਾਤ ਮੁਸ਼ਕਿਲ ਮਿਲੇ ਨੇ ਉਹ ਬੱਚਿਆਂ ਨੂੰ ਨਾ ਮਿਲਣ, ਉਹਨਾਂ ਨੂੰ ਬਿਹਤਰ ਹਾਲਾਤ ਮਿਲਣ। ਹੁਣ ਅੱਗੇ ਇਹ ਵੇ ਕਿ ਬਿਹਤਰ ਹਾਲਾਤ ਵਾਸਤੇ ਰਸਤੇ ਕੀ ਨੇ। ਇੱਕ ਰਸਤਾ ਮੈਂ ਤੁਹਾਨੂੰ ਦੱਸਿਆ ਉਹ ਕੀ ਹੈ ਕਿ ਯਾਰ ਇਹਨਾਂ ਨੂੰ ਕੰਮ ਵਿੱਚ ਪਾਓ, ਇਹ ਕੰਮ ਕਰਨ ਦੇ ਤੇ ਕੰਮ ਕਰਨਾ ਹੋਏਗਾ ਕਿ ਪੈਸੇ ਕਮਾਉਣ ਦੇ, ਸਾਨੂੰ ਵੀ ਆਸਾਨੀ ਹੋਏਗੀ, ਘਰ ਦਾ ਸਿਲਸਿਲਾ ਵੀ ਚੱਲਦਾ ਰਹੇਗਾ। ਯਾਦ ਰੱਖਣਾ ਕਿ ਜਿਹੜਾ ਮਜ਼ਦੂਰੀ ਵਿੱਚ ਪੈ ਗਿਆ ਉਹ ਮਜ਼ਦੂਰ ਹੀ ਰਹਿਣਾ। ਉਹਦੀ ਵਜ੍ਹਾ ਕੀ ਹੈ, ਜ਼ਰਾ ਧਿਆਨ ਨਾਲ ਸੁਣਨਾ। ਉਹਦੀ ਸੋਚ ਮਜ਼ਦੂਰਾਂ ਵਾਲੀ ਹੋ ਜਾਏਗੀ। ਦੁਨੀਆ ਦੇ ਵਿੱਚ ਸਭ ਤੋਂ ਜਿਹੜੀ ਖਤਰਨਾਕ ਚੀਜ਼ ਹੈ ਨਾ, ਜਿਹੜੀ ਬਦਲੇ ਤੇ ਇਨਸਾਨ ਅਰਸ਼ਾਂ ਦੇਵੇ, ਨਾ ਬਦਲੇ ਤੇ ਇਨਸਾਨ ਮਿੱਟੀ ਤੋਂ ਵੀ ਬਦਤਰ ਹੈ, ਉਹ ਸੋਚ ਹੈ। ਤੇ ਜੇ ਕਿਸੇ ਦੀ ਸੋਚ ਮਜ਼ਦੂਰ ਵਾਲੀ ਹੋਈ, ਮਜ਼ਦੂਰ ਹੋਣਾ ਭੈੜੀ ਗੱਲ ਨਹੀਂ ਹੈ ਜੀ, ਗਰੀਬ ਹੋਣਾ ਭੈੜੀ ਗੱਲ ਨਹੀਂ ਹੈ, ਲੇਕਿਨ ਸੋਚ ਦਾ ਗਰੀਬ ਹੋਣਾ ਬੜੀ ਭੈੜੀ ਗੱਲ ਹੈ। ਜੇ ਕਿਸੇ ਦੀ ਸੋਚ ਗਰੀਬ ਵਾਲੀ ਹੈਗੀ ਹੈ, ਜੇ ਕਿਸੇ ਦੀ ਸੋਚ ਹੀ ਬਿਹਤਰ ਨਹੀਂ ਹੈਗੀ, ਕਿਸੇ ਦੀ ਸੋਚ ਵਿੱਚ ਇੰਪਰੂਵਮੈਂਟ ਨਹੀਂ ਆਉਂਦੀ ਪਈ, ਬਿਹਤਰੀ ਨਹੀਂ ਆਉਂਦੀ ਪਈ, ਤੇ ਹੋਏਗਾ ਕਿ ਨਸਲ, ਇੱਕ ਨਸਲ, ਅਗਲੀ ਨਸਲ, ਉਸ ਤੋਂ ਅਗਲੀ ਨਸਲ, ਕਿੰਨੀਆਂ ਨਸਲਾਂ ਜਿਹੜੀਆਂ ਨੇ ਉਹ ਇੱਕੋ ਜਿਹੀ ਰਹਿਣਦੀਆਂ, ਹਾਲਾਤ ਨਹੀਂ ਬਦਲਣ ਦੇ, ਜ਼ਿੰਦਗੀ ਨਹੀਂ ਬਦਲੇਗੀ। ਤੇ ਅੱਜ ਦਾ ਜਿਹੜਾ ਮੇਰਾ ਲੈਕਚਰ ਹੈ ਉਹ ਇਸ ਹਵਾਲੇ ਨਾਲ ਹੈ ਕਿ ਅਸੀਂ ਸਾਰੇ ਕਹਿੰਦੇ ਅਸੀਂ ਬੱਚਾ ਤੇ ਦਾਖਲ ਕਰਾਤਾ ਜੀ, ਅਲ ਖਿਦਮਤ ਵਾਲਿਆਂ ਦੇ ਹਵਾਲੇ ਕਰਤਾ, ਚਾਈਲਡ ਪ੍ਰੋਟੈਕਸ਼ਨ ਬਿਊਰੋ ਵੀ ਲੱਗੀ ਹੈ। ਕੀ ਵਾਕਈ ਕੋਈ ਤਬਦੀਲੀ ਆਏਗੀ, ਕੋਈ ਪੜ੍ਹਨ ਦਾ ਫਾਇਦਾ ਹੋਏਗਾ? ਤੇ ਮੈਂ ਕੀ ਕੀਤਾ ਕਿ ਮੈਂ ਇਹ ਦੇਖੋ ਜੀ, ਝੁੱਗੀਆਂ ਇੱਥੇ ਨਹੀਂ ਗਈਆਂ, ਝੁੱਗੀਆਂ ਜੋ ਟਾਊਨ ਐਕਸਪੋ ਦੇ ਸਾਹਮਣੇ ਵੀ ਗਈਆਂ। ਤੁਹਾਨੂੰ ਪਤਾ ਇਸ ਗੱਲ? ਇੱਕ ਮੁੰਡੇ ਦੀ ਮੈਂ ਤੁਹਾਨੂੰ ਕਹਾਣੀ ਦਿਖਾਉਣ ਲੱਗਾ, ਇਹ ਸੱਚੀ ਕਹਾਣੀ ਹੈ। ਸਾਡਾ ਇੱਕ ਦੋਸਤ ਹੈ, ਉਹ ਮੇਰੀ ਤਰ੍ਹਾਂ ਪੜ੍ਹਾਉਂਦਾ, ਉਹ ਵੀ ਯੂਨੀਵਰਸਿਟੀਆਂ ਦੇ ਵਿੱਚ। ਉਹ ਅਮਰੀਕਾ ਗਿਆ। ਜਦੋਂ ਅਮਰੀਕਾ ਗਿਆ ਤੇ ਅਮਰੀਕਾ ਜਾ ਕੇ ਕੀ ਵੇਖਦਾ ਕਿ ਅਮਰੀਕਾ ਦੇ ਵਿੱਚ ਇੱਕ ਮੁੰਡਾ ਉਹ ਪਾਕਿਸਤਾਨੀ ਲੱਗ ਰਿਹਾ। ਉਹਦੀ ਸ਼ਕਲ ਸੂਰਤ ਨੂੰ ਅੰਦਾਜ਼ਾ ਹੋ ਗਿਆ ਕਿ ਪਾਕਿਸਤਾਨੀ ਹੈ। ਉਹਨੇ ਉਹਨੂੰ ਕੀ ਕਿਹਾ, ਉਹਨੂੰ ਰਿਕਵੈਸਟ ਕੀਤੀ ਕਿ ਯਾਰ ਗੱਲ ਸੁਣ, ਮੈਂ ਤੇਰੇ ਨਾਲ ਗੱਲਬਾਤ ਕਰਨੀ ਹੈ। ਉਹਨੇ ਕਹਾ ਜੀ ਮਸਲਾ ਹੀ ਕੋਈ ਨਹੀਂ ਹੈ। ਕਿੱਥੋਂ ਹੈ? ਕਹਿੰਦਾ ਲਾਹੌਰ ਤੋਂ। ਕਹਿੰਦਾ ਕਿਹੜੀ ਜਗ੍ਹਾ ਤੂੰ? ਕਹਿੰਦਾ ਜੋ ਟਾਊਨ ਦੇ ਸਾਹਮਣੇ ਝੁੱਗੀਆਂ ਨੇ ਉੱਥੋਂ। ਉਹ ਕਹਿੰਦਾ ਇੱਥੇ ਕੀ ਕਰ ਰਹੇ ਹੈ? ਕਹਿੰਦਾ ਜੀ ਮੈਂ ਪੜ੍ਹਨ ਦਾ ਸ਼ੌਕ ਸੀ, ਕਰਦੇ ਕਰਦੇ ਇੱਕ ਦਿਨ ਮੇਰਾ ਸਕਾਲਰਸ਼ਿਪ ਲੱਗਾ, ਮੈਂ ਫੈਲੋਸ਼ਿਪ ਤੇ ਅਮਰੀਕਾ ਆ ਗਿਆ। ਉਹ ਕਿਹਾ ਨਾ ਕਰ। ਕਰਦਾ ਕੀ ਸੀ? ਕਹਿੰਦਾ ਕੂੜਾ ਚੁੰਦਾ ਸਾਂ। ਅੱਬਾ ਕੀ ਕਰਦਾ ਸੀ? ਕਹਿੰਦਾ ਖੋਤੀ ਰੇਹੜੀ ਚਲਾਉਂਦਾ ਸੀ। ਮਾਂ ਕੀ ਕਰਦੀ? ਘਰਾਂ 'ਚ ਕੰਮ ਕਰਦੀ ਸੀ। ਕਹਿੰਦਾ ਅਮਰੀਕਾ ਕੀ ਜਾ ਗਿਆ? ਉਹ ਕਹਿੰਦਾ ਜੀ ਸਕਾਲਰਸ਼ਿਪ ਲੱਗ ਗਿਆ, ਮੈਨੂੰ ਪੜ੍ਹਨ ਦਾ ਬੜਾ ਸ਼ੌਕ ਸੀ। ਤੇ ਉਹਦੀ ਮੈਂ ਤੁਹਾਨੂੰ ਵੀਡੀਓ ਦਿਖਾਉਣ ਲੱਗਾ, ਇਹਦਾ ਅੰਦਾਜ਼ਾ ਲਾਓ, ਇਹ ਸੱਚੀ ਵੀਡੀਓ, ਇਹ ਮੋਬਾਈਲ ਨਾਲ ਬਣੀ ਵੀਡੀਓ ਹੈ, ਇਹਦੇ 'ਚ ਕੋਈ ਉਹ ਨਹੀਂ ਹੈਗਾ ਕਿ ਕਿਸੇ ਕੈਮਰੇ ਲਾ ਕੇ ਬਣਾਈ, ਸੜਕ 'ਤੇ ਉਹਨੇ ਬਣਾ ਕੇ ਨੈੱਟ 'ਤੇ ਚੜ੍ਹਾ ਦਿੱਤੀ। ਇਹ ਵੀਡੀਓ ਜਦੋਂ ਚੜ੍ਹੀ, ਨਤੀਜਾ ਹੋਇਆ ਕਿ 1 2 3 ਦਿਨ ਸੀ। ਹੁਣ ਅੱਜ ਕੱਲ੍ਹ ਇੰਟਰਨੈਟ ਦਾ ਦੌਰ ਹੈ, ਲੱਖਾਂ ਲੋਕਾਂ ਨੇ ਇਸ ਵੀਡੀਓ ਨੂੰ ਦੇਖਿਆ। ਮੈਂ ਹਜ਼ਾਰਾਂ ਹੈਡ ਮਾਸਟਰ ਨੂੰ ਪੜ੍ਹਾ ਚੁੱਕਿਆ, ਮੈਂ ਹਰ ਇੱਕ ਨੂੰ ਦਿਖਾਉਣਾ। ਮੈਂ ਕਹਿੰਦਾ ਤੁਸੀਂ ਕਹਿੰਦੇ ਹੋ ਅਮੀਰ ਦਾ ਬੱਚਾ ਹੀ ਪੜ੍ਹ ਸਕਦਾ, ਗਰੀਬ ਦਾ ਬੱਚਾ ਵੀ पढ़ सकता, जिधे हालात माड़े ने वो भी पढ़ सकता है। अगर वीडियो देखना। मेरे बचपन का आगाज कूड़ा चलने से हुआ था। जैसे मैंने आपको पहले बताया, मैं पाकिस्तान में जो झोंपड़ी में लोग रहते हैं उन्हीं में से एक हूँ। और मेरे अब्बू गधा गाड़ी चलाते हैं और मेरी अम्मी घरों में मासी के तौर पे काम करती है। और मुझे बचपन से मेरे अंदर एक बहुत बुरी आदत है कि मुझे पढ़ने का शौक था। और जब मैं कूड़ा चुना करता था तो मैं कूड़ा चुनने के अलावा अखबारों को पढ़ना शुरू कर देता था, जिसकी वजह से मुझे डांट भी पड़ती थी और लोग मुझे समझते थे कि मेरे कज़न कि मैं पागल हो गया हूँ, मेरा दिमाग काम करना छोड़ गया और मैं कुछ नहीं कर सकता और वक्त ज़ाया कर रहा हूँ अखबार पढ़ने में। मगर मेरी ज़िद ने मुझे आखिरकार एक स्कूल तक पहुँचा दिया। और मेरे ख्याल में ये मेरी ज़िंदगी का एक बहुत ही मुख्तलिफ मोड़ है, क्योंकि मैं अपनी कम्यूनिटी में जिसे लोग मुसल्ली, चंगड़, चूड़े कहते हैं, उसका पहला पढ़ा लिखा बंदा हूँ जो अंग्रेजी में भी बात कर सकता है। और मैंने पढ़ना शुरू कर दिया। इस तरह मुझे जो मेरी रूटीन होती थी, मुझे अपने माँ बाप को पैसे कमा कर देने होते थे। मैं सुबह सुबह उठता था, अपना कूड़े का बैग पकड़ता था और मैं मुख्तलिफ मार्केटों में, घरों के सामने जहाँ भी मुझे कूड़ा मिलता था, प्लास्टिक, लोहा,
टिन जो भी बोतलें मिलती थी, गत्ता मिलता था, मुझसे चुना करता था। उसके बाद अपने घर आता था, उसको कूड़े को रखता था, हाथ मुंह धोकर स्कूल की तरफ भाग जाता था और सारा दिन उधर स्कूल में गुजारा करता था। स्कूल में भी मुझे बहुत से मुख्तलिफ तस्सुबात का सामना करना पड़ता था। जैसे मेरे टीचर समझते थे कि मैं मसलियां दा मुंडा ते मेरा दिमाग काम नहीं कर सकता, दे कंसिडर्ड मी डम। और मेरे ख्याल में मेरे लिए ये एक बहुत बड़ी वो थी कि आई हैव टू प्रूव माई सेल्फ, और मैं उसके लिए ज्यादा दिल लगी से पढ़ता था। और मेरी एक आदत थी कि मैं रीडिंग करता था, और जिससे मुझे बाकी स्कूल वाले बच्चों की निस्बत मुझे एक एज आता था कि मैं पढ़ सकता था। इसी तरह मैंने अपनी 5वीं जमात और 6वीं जमात से फीलिंग वेरी इमोशनल रेहान। इसी तरह मैंने 5वीं और 6वीं जमात में अपनी अंग्रेजी पढ़ना शुरू किया, और मेरे लिए अंग्रेजी सीखना एक बहुत ही मुख्तलिफ तजर्बा था। जैसा कि अंग्रेजी में बड़े हरूफ होते हैं, कैपिटल लेटर्स होते हैं और स्मॉल लेटर्स होते हैं, और मुझे बिल्कुल ये सेंस नहीं होती थी कि अगर हमारे पास बड़े हरूफ है तो मैं स्मॉल लेटर्स को यूज करने की क्या जरूरत है। इसने मेरा बहुत अच्छा खासा वक्त लिया, मगर मुझे पहली दफा जब अंग्रेजी से इंट्रोडक्शन हुआ तो मुझे एहसास हुआ कि पाकिस्तान में जिन लोगों को अंग्रेजी बोलना आता है उनको लोग मुख्तलिफ अंदाज में ट्रीट करते हैं। तो ये भी मेरे लिए एक बड़ा, मुझे बचपन से इस बात की रियलाइज हो गया अगर मैं इंग्लिश सीख सकता हूँ तो सोसाइटी मुझे मुख्तलिफ अंदाज में ट्रीट करना शुरू कर देगी। इसी तरह मैंने अंग्रेजी सीखना शुरू किया, और मैंने अपनी 2 नोटबुक्स सिर्फ यही लिखने में कर दी। मुझे लगता था कि जो भी बंदा मेरा इंट्रोडक्शन ज्वाइनिंग राइटिंग से हुआ था, और मुझे बड़ी अजीब लगती थी कि रेहान साहब जब आप ज्वाइनिंग राइटिंग लिखते तो वो ऐसे लिखा होता है कि किसी ने ये ऐसे लिख दिया है। तो मेरे लिए ये मैंने अपनी 2 नोटबुक्स इसलिए भर दी कि शायद मैं अंग्रेजी लिख रहा हूँ। मुझे बहुत बाद में जब टीचर से थप्पड़ पड़े कि आपने 2 अपनी कापियां ज़ाया कर दी हैं, तो मुझे अंदाज हुआ कि ये अंग्रेजी ऐसे लिखी जाती है। खैर मैंने अंग्रेजी सीखी, मैंने बड़ी शिद्दत से अंग्रेजी सीखी। मैंने टेंसेस सीखे, मैंने एक्टिव पैसिव वॉइस सीखे, मैंने डायरेक्ट इनडायरेक्ट सीखे, मैंने एनालिसिस करना सीखा। मैंने एक ग्रामर पढ़ी जो एक इंडिया से उस वक्त मिला करती थी, हाई स्कूल ग्रामर कंपोजिशन, और इसे रैंड एंड मार्टन ने लिखा था, जो बहुत ही जबरदस्त है। मैं बच्चों को अभी भी रिकमेंड करता हूँ ट्यूशन पढ़ाते हुए। तो इस तरह मेरे अंग्रेजी का सफर जारी हुआ, और मैं 8वीं जमात में मैंने अपने बोर्ड के पेपर दिए, तो मेरे अपनी जमात में मैंने टॉप किया। मैंने 674 नंबर लिए थे 800 में से, और मुझे पहली दफा रोटरी क्लब ने 300 रुपए की स्कॉलरशिप दी, और मैंने अपनी 9वीं 10वीं की किताबें और यूनिफॉर्म खरीदा। इस तरह मेरा ये सफर जारी रहा। मगर अब मुझे अंग्रेजी पढ़ना लिखना आ गया, तो इसका सबसे बड़ा फायदा ये हुआ कि मैं अपने साथ जो मेरे साथ क्लास फेलोज थे उन्हें ट्यूशन पढ़ाना शुरू हो गया। मैं उनके घरों में जाने लग पड़ा। मैंने सुबह कूड़ा चुनने के बजाय सुबह घरों में अखबार फेंकने शुरू कर दिए। जहाँ मेरी अम्मी काम करती थी मैंने वहाँ जाकर गाड़ियाँ साफ करना शुरू कर दी। अब मैं पानी बेचने के अलावा गाड़ियाँ साफ करने का शुरू हो गया। यानी जैसे जैसे मेरी ये तलीम मिलती गई, माशरे का रवैया भी बदलता गया। मगर मेरे अंदर एक वो जो तड़प थी ना कि मुझे पढ़ना है, वो मेरे अंदर और ही मुझे प्रेशराइज कर रही थी कि मुझे और पढ़ना है। मैंने साथ साथ ना सिर्फ अपनी स्कूल की किताबों के अलावा मैंने रशियन लिटरेचर पढ़ना शुरू कर दिया। मैंने जो भी मुझे मिलता था वो पढ़ना शुरू कर दिया। मैं इसमें एक बचपन का वाकया कोट करना चाहता हूँ कि मैंने जब मेरे 7वीं जमात में पढ़ता था तो मुझे अभी तक याद है कि मेरी अम्मी घरों अपने सर पे एक बहुत बड़ी किताबों का दत्ता लिए हुए आई, क्योंकि पाकिस्तान में जो लोग बीकन हाउस में या लाहौर ग्रामर स्कूल में पढ़ते हैं उनकी किताबें बिल्कुल मुख्तलिफ थी। तो मुझे वो बड़ी, आज भी वो मेरी जिंदगी का बेहतरीन लम्हा है कि मैंने देखा मेरी अम्मी ने गठड़ी किताबों के नीचे रखी, और मैंने उसमें देखा तो उसमें से एक नॉवल था जिसे मैं भी रेहान साहब को बता रहा था कि मेरे लिए वो दुनिया का मुकद्दस तरीन किताब है। उस नॉवल का नाम मैं चाहूंगा कि हर बंदा वो नॉवल पढ़े जो जिंदगी में कोई सीखना चाहता है। उस नॉवल का नाम है ग्रेट एक्सपेक्टेशन, और से बहुत मशहूर बरतानवी नॉवलिस्ट चार्ल्स डिकन ने लिखा है। और मेरे पास उस नॉवल का जो कैरेक्टर पिप है, मेरे लिए शायद वो किरदार पिप था कि पूरी दुनिया में जिसके साथ मैं रिलेट कर सकता था, जो मेरी तरह हालात में रह रहा था, और अचानक उसे कोई बेनिफैक्टर मिल गया और वो उसकी लाइफ बदल गई। तो मेरे लिए ये बहुत ही लम्हा था, और अभी भी मैं उस किरदार को अपने आप से रिलेट करता हूँ, और अपने उससे मुझे हौसला मिलता है। और पता नहीं मुझे क्यों फील होता है कि अगर मैंने वो नॉवल ना पढ़ा होता तो मेरी जिंदगी बिल्कुल मुख्तलिफ होती। शायद मैं इस तरह ख्वाब ना देख पाता, या इस तरह मैं प्लान सोच का हामिल ना हो पाता। खैर इस तरह मैंने अपना मैट्रिक किया, मैंने अकाउंटेंसी का डिप्लोमा किया, मैंने मुख्तलिफ जॉब करना शुरू कर दी, मैंने सोशल एक्टिविज्म में हिस्सा लेना शुरू कर दिया। मैंने यानी मेरे पढ़ने से अब बिल्कुल मेरा प्रोफाइल ही बदल गया, आप इसे कह सकते हैं। मैंने लिखना शुरू कर दिया, मैं ज्यादा शिद्दत से लोगों से मिलना शुरू हो गया। मेरे अंदर जो हसासे कमतरी था कि मैं चूड़ा हूँ, मैं चंगड़ हूँ, मैं वो हूँ, वो अदब ने या लिटरेचर ने वो बदल के रख दिया। और
میں Can I take a breath? Okay. اسی طرح میں نے مختلف پروگرامز میں اپلائی کرنا شروع کر دیا. میں لاہور کونسلیٹ میں ایک خاتون ہے جن کا میں بہت ہی صدقے دل سے شکر گزار ہوں. ان کا نام کیتھرین کیسر تھا. وہ مجھے ایک سوشل گیدرنگ پہ ملی تو شی واز ٹرولی امپریسڈ ود مائی اسٹوری. اینڈ اسے یقین نہیں ہو رہا تھا کہ پاکستان میں ایسے لوگ بھی ہوتے ہیں یا اس کمیونٹی سے بھی لوگ پڑھ لکھ سکتے ہیں. تو انہوں نے مجھے ایک فیلوشپ کی پروگرام کا اپلائی کرنے کو کہا. تو میرے لیے یہ ایک بہت ہی بڑا تھا کیونکہ میں آئی واز سو کنفیوزڈ کہ مجھے اندازہ نہیں تھا کہ میں اس کے لیے سلیکٹ ہو سکتا ہوں یا نہیں ہو سکتا ہوں. خیر آخری روز میں نے اس کے لیے اپلائی کیا. میں نے ان سے ریکویسٹ کی کہ میرا کوئی لیٹر آف ریکمنڈیشن لکھ دیں کیونکہ میرا اور کوئی جاننے والا تو ہے نہیں جو میرا لیٹر آف ریکمنڈیشن لکھ سکتا ہوں. تو انہوں نے میرا لیٹر آف ریکمنڈیشن لکھا. قصہ مختصر کہ میں اس پروگرام کے لیے سلیکٹ ہو گیا. نومبر 2012 میں امریکہ میں آیا اور اس وقت پروگرام کا کیا نام تھا؟ میں اس کا نام نہیں لوں. نومبر 2012 میں امریکہ میں پہلی دفعہ آیا اور یہ فیلوشپ تھی اٹلانٹک کوسٹل میں ایمرجنگ لیڈرشپ پروگرام تھا جس میں 15 لوگوں کو پورے پاکستان میں سے چنا گیا اور لکیلی میں بھی اس میں سلیکٹ ہو گیا. اور جب یہاں آیا تو جب پریزیڈنٹ اوباما کے الیکشنز ہو رہے تھے ہم مختلف جگہوں پہ گئے. وہاں پہ ہم لوگوں نے مختلف جگہوں پر الیکشن آبزرویشن کرنے کے لیے گئے. تو میرے لیے ایک بہت ہی مختلف تجربہ تھا. جیسا کہ مجھے پہلی دفعہ اندازہ ہوا کہ جمہوریت کے اس ملک کو کیا فوائد ہیں, لوگ کتنے رسپانسیبل ہیں, ہر آدمی ووٹ کرنے جا رہا ہے اور ایک سسٹم میں سوری ریپیٹ نہیں مجھے میرا اپوائنٹمنٹ ہو جائے گا تو وی نیڈ ٹو کنکلوڈ. اوکے. تو میں اس طرح میرا یہ پہلا امریکہ کی میری وزٹ تھی. خیر میں اس وزٹ سے میرے لیے سیکھنے کے لیے بہت کچھ تھا اور اس وزٹ نے میری ہمت بندھائی کہ میں مختلف اور کام کروں. جیسا کہ میں ابھی اپنے جھونپڑی میں اپنے سلمس کے یا جھونپڑیوں میں ابھی موبائل ٹوائلٹ بنا رہا ہوں کیونکہ میں نے بچپن میں اپنے دیکھا کہ ہمارے بہت سے رشتے دار یا دوسرے جھونپڑیوں والے صرف کولرا ہیزے سے اور ڈائریا سے اور ہیپاٹائٹس سے فوت ہو گئے. انہوں نے بالکل پتہ ہی نہیں تھا کیونکہ وہ زیادہ تر لوگ جو ہوتے ہیں وہ کھلی جگہ پہ ہی پیشاب اور پخانہ کر دیتے ہیں اور وہی پخانہ جو پیشاب ہوتا ہے وہ ان کے پینے کے پانی میں مل جاتا ہے اور جس سے بڑے بوڑھے بچے عورتیں جو ہوتی ہیں وہ بیمار ہو جاتے ہیں اور اٹس اے ٹرولی لائف ٹیکنگ ڈیزیز. دے آر جسٹ گیٹنگ لائف ٹیکنگ ڈیزیز تھرو دیز امپیور واٹر. اور میں ان کے لیے موبائل ٹوائلٹ قائم کروں گا اور میرا ارادہ ہے کہ میں اس موبائل ٹوائلٹس کو اس کے جو ہیومن ویسٹ ان کا ہوگا اس کو میں بایو گیس میں یا فرٹیلائزر میں بایو فرٹیلائزر میں کنورٹ کروں گا. نہ صرف ان کی یہ سینیٹیشن کی پرابلم حل ہوگی بلکہ ان کو تھوڑی سی اس سے اکنامک اسسٹنس یا بایو گیس اگر ملے گی تو ہم پروڈیوس کریں گے تو ان کی انرجی نیڈز بھی میٹ ہو سکتی ہیں. تھینک یو سو مچ ریحان صاحب. آپ ڈو اسکول میں کیا کریں؟ یہاں ڈو اسکول میں کیسے پہنچے؟ ڈو اسکول نے مختلف سوشل انٹرپرینور سے یہاں پہ آئیڈیا کمپٹیشن کرایا جو کہ نیو یارک سٹی میں میئر کا آفس ہے جو لانگ ٹرم پلاننگ اور سسٹینیبلٹی کا کام کرتا ہے. اس کے تھرو کیونکہ کام کرتے ہیں کہ نیو یارک سٹی میں تقریباً ہر روز 7 ملین کافی کپ ہوتے ہیں وہ سڑکوں پر پھینک دیے جاتے ہیں یا ڈسٹ بن میں پھینک دیے جاتے ہیں. اور نیو یارک سٹی کی جو بہت بڑا خرچہ ہے وہ اس کوڑے کو یا اس ریوزیبل کپس کو لینڈ فل میں بھیجنے میں خرچ ہو جاتا ہے. تو میں ان خوش قسمتی سے 18 لوگوں میں شامل ہوں جو اس سوشل وینچر کے لیے سلیکٹ ہوئے اور میں یہاں 10 ہفتوں کے لیے ہوں. آج میرا 9واں ہفتہ شروع ہو چکا ہے اور اب مجھے نیو یارک کی سمجھ آنا شروع ہوگی اور اب میں واپس جا رہا ہوں. نہیں جی, کوڑا چننے سے شروع کر کے آخر کار کہاں پہنچ گیا جی؟ امریکہ پہنچ گئے. اور آپ کی اطلاع کے لیے یہ ویڈیو LED ویڈیو میں تن دہائی ہے 2012 دی گئی ہے. ہوں تک 4 باری جا چکے ہیں, سویڈن بھی جا چکے ہیں, انگلینڈ بھی جا چکے ہیں, امریکہ بھی دوبارہ جا چکے ہیں, 4 باری اسکالرشپ لگ چکی ہے. کتنے کوڑا چننا اور حالی بھی یہ والد کھوتی ریڈی چلانا ہے. وہ کہتے جی میں اور کی کام کرا من تو کم ہی ابھی آتا ہے. حالی بھی وہ ماں گھر ہی کام کر دی ہے لیکن صرف ایک بچے کی سوچ ہے. وہ سوچ کی ہے کہ حالات بدلنے, زندگی بدلنی ہے. وہ کہتے جی مینوں ٹیچر مار دے رہے, گھر والے مار دے رہے کہ کتاباں نہ پڑھ, محنت نہ کر, کی فائدہ, پیسے کمانا ہے, گڈیاں دھونا ہے, کاغذ ویچنا ہے, کوڑا ویچنا ہے, سکون نہ زندگی گزار, تینوں کی لوڑ پئی. وہ کہتا نہیں پڑھن کا شوق ہے. وہ کہتا کوڑے دے ڈھیر چوں میں کاغذ چک کے پڑھنا شروع کر دیندا سا.
ਤੇ ਜਿਹੜਾ ਅੱਜ ਦੀ ਤੁਹਾਡੇ ਨਾਲ ਮੇਰੀ ਗੱਲਬਾਤ ਹੋ ਰਹੀ ਹੈ, ਇਸ ਗੱਲਬਾਤ ਵਿੱਚ ਗੁਜ਼ਾਰਿਸ਼ ਹੈ ਜੇ ਕਿ ਆਪਣੇ ਬੱਚਿਆਂ ਨੂੰ ਕਮ ਸੇ ਕਮ ਥੋੜੀ ਕੁਰਬਾਨੀ ਦੇ ਕੇ ਪੜ੍ਹਾ ਲਓ। ਕੀ ਪਤਾ ਆਉਣੇ ਵਾਲਾ ਵਕਤ ਬਦਲਣਾ ਹੋਏ, ਤੁਹਾਡੇ ਜ਼ਰੀਏ ਤੁਹਾਡੀ ਜਿਹੜੀ ਕੁਰਬਾਨੀ ਹੈ। ਮੈਂ ਮੰਨਣਾ ਹੈ ਕਿ ਜਿਹੜਾ ਮਾੜਾ ਘਰ ਹੁੰਦਾ ਉਹਦੇ ਬੜਾ ਮੁਸ਼ਕਿਲ ਹੁੰਦਾ ਬੱਚਾ ਪੜ੍ਹਾਉਣਾ। ਕਿਸ ਤਰ੍ਹਾਂ ਮੁਸ਼ਕਿਲ ਹੁੰਦਾ? ਉਹ ਕਹਿੰਦਾ ਕਮਾ ਲੈਣ ਚੰਗਾ ਹੈ, 4 ਪੈਸੇ ਕਮਾ ਕੇ ਆਉਣ ਉਹ ਚੰਗਾ, ਗੁਬਾਰੇ ਵੇਚ ਲੈਣ ਚੰਗਾ ਹੈ, ਬਿਰਿਆਨੀ ਵੇਚ ਲੈਣ ਚੰਗਾ ਹੈ, ਕਿਸੇ ਦੁਕਾਨ ਤੇ ਵੇਟਰ ਲੱਗ ਜਾਣ ਚੰਗਾ ਹੈ। ਲੇਕਿਨ ਇਹ ਯਾਦ ਰੱਖਣਾ, ਜੇ ਤੁਸੀਂ ਥੋੜੀ ਜਿਹੀ ਕੁਰਬਾਨੀ ਕਰ ਲੈਂਦੇ, ਥੋੜੀ ਪੀ ਕੱਟ ਲੈਂਦੇ ਹੋ, ਇਸ ਦਾ ਤੁਹਾਡੀ ਕਈ ਨਸਲਾਂ ਨੂੰ ਫਾਇਦਾ ਹੋਏਗਾ। ਇਹ ਅਗਲੀ ਹੁਣ ਦੇਖੋ ਜੀ ਤਸਵੀਰ, ਇਹ ਮੁੰਡਾ ਜਿਹੜਾ ਹੈ, ਇਹਦਾ ਵਾਲਦ ਜਿਹੜਾ ਉਹ ਕਾੜੇ ਵਿੱਚ ਖਾਕ ਰੋਵੇ ਝਾੜੂ ਫੇਰਦਾ, ਵਾਲਦਾ ਵੀ ਇਹਦੀ ਜਿਹੜੀ ਹੈ ਝਾੜੂ ਫੇਰਦੀ ਹੈ। ਮੁੰਡੇ ਨੂੰ ਪੜ੍ਹਨ ਦਾ ਸ਼ੌਕ ਸੀ, ਪੜ੍ਹਦੇ ਆ ਪਹਿਲੇ ਸਕੂਲ ਟੀਚਰ ਬਣਿਆ, 2 ਸਾਲ ਪਹਿਲੇ ਮੁਕਾਬਲੇ ਦਾ ਇਮਤਿਹਾਨ ਪਾਸ ਕੀਤਾ ਹੈ। ਇਹਦਾ ਨਾਮ ਹੈ ਜ਼ਿਸ਼ਾਨ ਲੱਭਾ ਮਸੀਹ, ਮੁਸਲਮਾਨ ਵੀ ਨਹੀਂ। ਜ਼ਿਸ਼ਾਨ ਲੱਭਾ ਮਸੀਹ ਜਿਹੜਾ ਹੈ 2 ਸਾਲ ਪਹਿਲੇ ਮੁਕਾਬਲੇ ਦਾ ਇਮਤਿਹਾਨ ਪਾਸ ਕਰਕੇ ਜੱਜ ਬਣ ਗਿਆ। ਹੁਣ ਕਿੱਥੇ ਝਾੜੂ ਫੇਰਨਾ, ਕਿੱਥੇ ਜੱਜ ਬਣਨਾ। ਵਜ੍ਹਾ ਕੀ ਹੈ? ਸਿਰਫ ਸ਼ੌਕ। ਇਹ ਅਖਬਾਰਾਂ ਨੇ, ਜੀਓ ਨੇ, ਹਰ ਚੈਨਲ ਨੇ ਇਹਨੂੰ ਚੁੱਕਿਆ, ਹਰ ਇੱਕ ਨੇ ਕਿਹਾ ਕਿ ਜੇ ਇਹ ਮਿਹਨਤ ਕਰਕੇ ਇੱਥੇ ਪਹੁੰਚ ਸਕਦਾ ਹੈ ਤੇ ਫਿਰ ਕਈਆਂ ਦੇ ਬੱਚੇ ਪਹੁੰਚ ਸਕਦੇ। ਤੇ ਅੱਜ ਦੇ ਲੈਕਚਰ ਦਾ ਮਕਸਦ ਹੈਗਾ, ਗੱਲਬਾਤ ਦਾ ਮਕਸਦ ਹੈਗਾ ਕਿ ਥੋੜੀ ਜਿਹੀ ਜ਼ਹਿਮਤ ਕਰਕੇ, ਥੋੜੀ ਤਕਲੀਫ ਕੱਟ ਕੇ। ਯਾਦ ਰੱਖਣਾ, ਇੱਕ ਨਸਲ ਕੁਰਬਾਨੀ ਦਿੰਦੀ, ਕਈ ਨਸਲਾਂ ਖਾਂਦੀਆਂ ਨੇ। ਪੌਦਾ ਕੋਈ ਲਾਉਂਦਾ ਹੈ, ਛਾਵੇਂ ਕੋਈ ਬਹਿੰਦਾ ਹੈ। ਫਲਵਾਰ ਦਰਖਤ ਕੋਈ ਲਾਉਂਦਾ ਹੈ, ਫਲ ਕੋਈ ਖਾਂਦਾ ਹੈ। ਜੇ ਇੱਕ ਨਸਲ ਕੁਰਬਾਨੀ ਕੱਟ ਲੇ, ਪੀ ਕੱਟ ਲੇ, ਤਕਲੀਫ ਚੁੱਕ ਲੇ, ਆਪਣੇ ਬੱਚਿਆਂ ਨੂੰ ਪੜ੍ਹਾ ਲੇ। ਔਰ ਵੱਡੀ ਗੱਲ ਤੁਹਾਨੂੰ ਦੱਸਾਂ, ਅਮੀਰ ਦਾ ਬੱਚੇ ਦੇ ਵਿੱਚ ਲਗਨ ਨਹੀਂ ਹੁੰਦੀ, ਜੇ ਉਹਦੇ ਕੋਲ ਸਾਰਾ ਕੁਝ ਹੁੰਦਾ। ਗਰੀਬ ਦੇ ਬੱਚੇ 'ਚ ਲਗਨ ਜ਼ਿਆਦਾ ਹੁੰਦੀ ਹੈ। ਉਹਨੂੰ ਸਿਰਫ ਮੌਕਾ ਚਾਹੀਦਾ ਹੁੰਦਾ, ਉਹਨੂੰ ਸਿਰਫ ਮੌਕਾ ਚਾਹੀਦਾ ਹੁੰਦਾ ਕਿ ਕੋਈ ਬੰਦਾ ਉਹਨੂੰ ਇਹ ਦੱਸੇ ਕਿ ਭਾਈ ਇਹ ਮੁਮਕਿਨ ਹੈਗਾ, ਨਾ ਮੁਮਕਿਨ ਨਹੀਂ ਹੈਗਾ। ਖੋਤੀ ਰੇੜੀ ਤੂੰ ਅਮੀਰ ਹੋਇਆ ਜਾ ਸਕਦਾ ਹੈ, ਖੋਤੀ ਰੇੜੀ ਤੂੰ ਜੱਜ ਤੱਕ ਬਣਿਆ ਜਾ ਸਕਦਾ ਹੈ, ਕੂੜਾ ਚੁਣਨ ਤੂੰ ਅਮਰੀਕਾ ਪਹੁੰਚਿਆ ਜਾ ਸਕਦਾ ਹੈ, ਮਿਹਨਤ ਕਰਕੇ ਵੱਡਾ ਅਫਸਰ ਬਣਿਆ ਜਾ ਸਕਦਾ ਹੈ। ਤੇ ਤੁਸੀਂ ਥੋੜੀ ਜ਼ਹਿਮਤ ਕਰਕੇ ਆਪਣੇ ਬੱਚਿਆਂ ਨੂੰ ਜ਼ਰਾ ਨਾਲ ਮਿਲਾਓ। ਜੇ ਤੁਹਾਡਾ ਕੋਆਪਰੇਸ਼ਨ ਨਹੀਂ ਹੋਏਗਾ, ਤੁਸੀਂ ਨਾਲ ਨਹੀਂ ਮਿਲੋਗੇ। ਦੇਖੋ ਜੀ, ਵਾਲਿदैन ਨਾ ਚਾਹੁਣ ਤੇ ਇੱਥੇ ਕੋਈ ਬੱਚਾ ਨਹੀਂ ਪੜ੍ਹ ਸਕਦਾ। ਬੱਚਾ ਆਪੇ ਤੇ ਆ ਕੇ ਪੜ੍ਹਨਾ ਕੋਈ ਨਹੀਂ, ਤੁਹਾਡੇ ਤਾਵੁਨ ਨਾਲ ਹੁੰਦਾ। ਜੇ ਤੁਸੀਂ ਨਾਲ ਮਿਲਦੇ ਹੋ, ਤੁਸੀਂ ਮੰਨਦੇ ਹੋ, ਤੁਹਾਨੂੰ ਤਾਲੀਮ ਦੀ ਅਹਿਮੀਅਤ ਸਮਝ ਆਉਂਦੀ ਹੈ। ਇਹ 2 ਮਿਸਾਲਾਂ ਮੈਂ ਤੁਹਾਡੇ ਅੱਗੇ ਰੱਖੀਆਂ ਨੇ, ਇੱਕ ਸਾਬਰ ਦੀ ਮਿਸਾਲ ਔਰ ਦੂਸਰੀ ਮਿਸਾਲ ਜ਼ਿਸ਼ਾਨ ਲੱਭਾ ਮਸੀਹ ਦੀ। ਇਹ 2 ਮਿਸਾਲਾਂ ਨੂੰ ਸਾਹਮਣੇ ਰੱਖ ਲਓ, ਜ਼ਿਹਨ 'ਚ ਰੱਖ ਲਓ ਕਿ ਜੇ ਬੱਚਾ ਤੁਹਾਡਾ ਅੱਜ ਪੜ੍ਹ ਜਾਂਦਾ, ਅੱਜ ਕੁਝ ਕਰ ਜਾਂਦਾ, ਉਹਦਾ ਇੱਕ ਪੂਰੀ ਨਸਲ ਨੂੰ ਫਾਇਦਾ ਹੋਏਗਾ। ਔਰ ਵਾਲਿदैन ਨੂੰ ਔਲਾਦ ਕੋਲ ਚਾਹੀਦਾ ਕੁਝ ਨਹੀਂ ਹੁੰਦਾ, ਤੁਹਾਨੂੰ ਪਤਾ ਇਸ ਗੱਲ ਦਾ। ਔਲਾਦ ਕਾਮਯਾਬ ਹੋ ਜਾਏ, ਵਾਲਿदैन ਉਸੇ ਵੇਲੇ ਕਾਮਯਾਬ ਹੋ ਜਾਂਦੇ ਨੇ। ਉਹ ਕਹਿੰਦੇ ਨੇ ਸਾਡੀ ਔਲਾਦ ਕਾਮਯਾਬ ਹੈ ਤੇ ਅਸੀਂ ਵੀ ਕਾਮਯਾਬ ਹਾਂ। ਇਹ ਮੇਰਾ ਮੁਖਤਸਰ ਜਿਹਾ ਲੈਕਚਰ ਸੀ। ਇਨਸ਼ਾਅੱਲਾ 1 ਮਹੀਨੇ ਬਾਅਦ ਫਿਰ ਤੁਹਾਡੇ ਨਾਲ ਮੁਲਾਕਾਤ ਮੇਰੀ ਹੋਏਗੀ ਔਰ ਇਨਸ਼ਾਅੱਲਾ ਉਦੋਂ ਤੱਕ ਅਸੀਂ ਕੋਸ਼ਿਸ਼ ਕਰਾਂਗੇ ਕਿਸੇ ਵੱਡੀ ਸਕਰੀਨ ਤੇ ਮੈਂ ਨਾਲ ਲੈਂਦਾ ਆਵਾਂਗਾ। ਤੇ ਇਹ ਤੁਹਾਨੂੰ ਸਾਰੇ ਅਸੀਂ ਇੰਨੀਆਂ ਕਿੰਨੀਆਂ ਕਹਾਣੀਆਂ ਮੇਰੇ ਕੋਲ ਪਈਆਂ ਨੇ ਜਿਹਦੇ ਬੱਚਾ ਗਰੀਬ ਦਾ ਬੱਚਾ ਹੈ ਔਰ ਉਹਨੇ ਸਾਬਤ ਕੀਤਾ ਹੈ ਉਹ ਕਿੱਥੇ ਪਹੁੰਚ ਗਿਆ। ਕਿੰਨੀਆਂ ਕਹਾਣੀਆਂ, ਕਿੰਨੇ ਲੋਕਾਂ ਦੀ ਦਾਸਤਾਨ ਮੇਰੇ ਕੋਲ ਨੇ, ਕਿੰਨਿਆਂ ਨੂੰ ਮੈਂ ਰਿਕਾਰਡ ਕੀਤਾ ਵੀਡੀਓ, ਕਿੰਨਿਆਂ ਨੂੰ ਆਡੀਓ ਰਿਕਾਰਡ ਕੀਤਾ ਤਾਂ ਕਿ ਲੋਕਾਂ ਨੂੰ ਯਕੀਨ ਆਏ ਕਿ ਜ਼ਮੀਨ ਤੋਂ ਅਸਮਾਨ ਦਾ ਸਫ਼ਰ ਦੂਰ ਨਹੀਂ ਹੈਗਾ। ਬੰਦਾ ਸਿਰਫ ਸੋਚੇ ਤੇ ਅਸਮਾਨ ਕਰੀਬ ਹੈ, ਤੇ ਜੇ ਬੰਦਾ ਨਾ ਸੋਚੇ ਤੇ ਕਰੀਬ ਦੀ ਚੀਜ਼ ਵੀ ਬੜੀ ਦੂਰ ਲੱਗਦੀ ਹੈ। ਅੱਲਾਹ ਤੁਹਾਡਾ ਹਾਮੀ ਨਾਸਰ ਹੋਏ ਜੀ। ਬੜੀ ਮਿਹਰਬਾਨੀ।